नहीं तो जिस तरह मैं दस्सिया ना कि एक लैक्चर ਦੇ ਵਿੱਚ ਮੈਂ ਇਹ ਗੱਲ ਕਹਿ ਦਿੱਤੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਕਮਾਨ ਹੈ ਉਹਦੀ ਜਿਹੜੀ ਤਾਕਤ ਹੈ ਉਹ 500 ਪਾਉਂਡ ਦੇ ਕਰੀਬ ਸੀ ਜਾਂ ਪੌਣੇ 500 ਪਾਉਂਡ ਦੇ ਕਰੀਬ ਸੀ। ਤਾਂ ਇੱਕ ਵੀਰ ਨੇ ਤਾਂ ਬਕਾਇਦਾ ਲੈਕਚਰ ਹੀ ਕਰ ਦਿੱਤਾ ਕਿ ਝੂਠ ਦਾ ਵੀ ਕੋਈ ਅੰਤ ਹੁੰਦਾ ਹੈ, ਕਮਾਨ ਕੋਈ ਇੰਨੀ ਭਾਰੀ ਥੋੜਾ ਹੋ ਸਕਦੀ ਹੈ। ਮੈਨੂੰ ਇੰਜ ਲੱਗਦਾ ਹੈ ਕਿ ਜਿਹੜੇ ਸਵਾਲ ਬਿਨਾਂ ਸੋਚੇ ਸਮਝਿਆ ਜਾਂ ਉਹ ਜਿਹੜੀ ਕਹੀ ਗੱਲ ਹੁੰਦੀ ਹੈ ਉਹਦੀ ਮੂਲ ਭਾਵਨਾ ਜਾਂ ਉਹਨਾਂ ਸਰੋਤਾਂ ਨੂੰ ਨਾ ਪੜ੍ਹਨ ਤੋਂ ਬਿਨਾਂ ਕੀਤੇ ਜਾਂਦੇ ਨੇ ਤੇ ਉਹ ਗਲਤ ਜਾਣਕਾਰੀ ਦਾ ਸਬੱਬ ਬਣ ਜਾਂਦੇ ਨੇ। ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਅੱਜ ਵਿਚਾਰ ਸਾਂਝੇ ਕਰ ਲੱਗਾ ਹਾਂ, ਇਹ ਵਿਸ਼ਾ ਕੋਈ ਨਵਾਂ ਨਹੀਂ ਹੈ। ਅਕਸਰ ਇਸ ਮਜ਼ਮੂਨ ਦੇ ਉੱਪਰ ਮੈਂ ਕਈ ਵਾਰ ਆਪਣੇ ਲੈਕਚਰਾਂ ਦੇ ਵਿੱਚ ਜਾਂ ਆਪਣੇ ਵਿਖਿਆਨਾਂ ਦੇ ਵਿੱਚ ਇਸ ਪੱਖ ਦਾ ਜ਼ਿਕਰ ਕਰ ਚੁੱਕਾ ਹਾਂ, ਪਰ ਮੈਨੂੰ ਹੈਰਾਨੀ ਹੋਈ ਜਦੋਂ ਮੈਂ ਇੱਕ ਵਿਖਿਆਨ ਦੇ ਦੌਰਾਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਮਾਨ ਦੀ ਤਾਕਤ ਦਾ ਜ਼ਿਕਰ ਕਰਦਿਆਂ ਇਹ ਗੱਲ ਕਹੀ ਕਿ ਬੇਸ਼ੱਕ ਅੱਜ ਦੁਨੀਆ ਦੇ ਬਹੁਤ ਸਾਰੇ ਅਜਾਇਬ ਘਰਾਂ ਦੇ ਵਿੱਚ ਲੋਕਾਂ ਨੇ ਆਪੋ ਆਪਣੇ ਰਾਜਿਆਂ ਦੇ ਕਮਾਨ ਰੱਖੇ ਹੋਏ ਨੇ ਤੇ ਬੜੇ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਮਾਣ ਦੇ ਨਾਲ ਦੱਸਦੇ ਨੇ ਕਿ ਸਾਡੇ ਰਾਜੇ ਦਾ ਜਿਹੜਾ ਕਮਾਨ ਹੈ ਉਹਦੀ ਖਿੱਚ ਇੰਨੀ ਸੀ, ਸਾਡੇ ਕਮਾਨ ਦੀ ਇੰਨੀ ਸੀ, ਸਾਡੇ ਕਮਾਨ ਦੀ ਇੰਨੀ ਸੀ। ਪਰ ਜਦੋਂ ਮੈਂ ਇਹ ਗੱਲ ਇੱਕ ਵਿਖਿਆਨ ਦੇ ਦੌਰਾਨ ਕਹੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਕਮਾਨ ਹੈ ਉਹਦੀ ਤਾਕਤ ਜਿਹੜੀ ਹੈ ਉਹ ਤਕਰੀਬਨ ਪੌਣੇ 500 ਪਾਉਂਡ, ਭਾਵ ਕਿ ਜੇਕਰ ਐਗਜ਼ੈਕਟ ਵੇਖੀਏ ਤਾਂ 462 ਪਾਉਂਡ ਤੋਂ ਉੱਪਰ ਸੀ। ਤਾਂ ਖੈਰ ਸਾਡੀ ਅੱਜ ਦੀ ਜਿਹੜੀ ਸਾਡੀ ਮਾਨਸਿਕਤਾ ਹੈ ਬਹੁਤ ਜ਼ਿਆਦਾ ਕੁਛ ਮੁੱਦਿਆਂ ਨੂੰ ਲੈ ਕੇ ਸ਼ੰਕਾਵਾਦੀ ਹੈ। ਮੈਂ ਸੋਚਦਾ ਕਿ ਥੋੜ੍ਹੀ ਬਹੁਤੀ ਤਾਂ ਹੋਣੀ ਵੀ ਚਾਹੀਦੀ ਹੈ ਕਿ ਬੰਦਾ ਕਿਸੇ ਵੀ ਪ੍ਰਚਾਰਕ ਨੂੰ ਬੁਲਾਰੇ ਨੂੰ ਸਵਾਲ ਕਰ ਸਕੇ, ਇਹ ਜ਼ਰੂਰੀ ਹੈ। ਪਰ ਮੈਨੂੰ ਇੰਝ ਲੱਗਦਾ ਹੈ ਕਿ ਜਿਹੜੇ ਸਵਾਲ ਬਿਨਾਂ ਸੋਚੇ ਸਮਝਿਆ ਜਾਂ ਉਹ ਜਿਹੜੀ ਕਹੀ ਗੱਲ ਹੁੰਦੀ ਹੈ ਉਹਦੀ ਮੂਲ ਭਾਵਨਾ ਜਾਂ ਉਹਨਾਂ ਸਰੋਤਾਂ ਨੂੰ ਨਾ ਪੜ੍ਹਨ ਤੋਂ ਬਿਨਾਂ ਕੀਤੇ ਜਾਂਦੇ ਨੇ ਤੇ ਉਹ ਗਲਤ ਜਾਣਕਾਰੀ ਦਾ ਸਬੱਬ ਬਣ ਜਾਂਦੇ ਨੇ। ਸੋ ਇੱਕ ਵੀਰ ਨੇ ਤਾਂ ਬਕਾਇਦਾ ਉਹਦੇ ਬਾਰੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵੱਡਾ ਕਹਿ ਸਕਦੇ ਹੋ ਲੈਕਚਰ ਵੀ ਕਰ ਦਿੱਤਾ ਕਿ ਡਾਕਟਰ ਉਦੋਕੇ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦਾ ਭਾਰ 462 ਪਾਉਂਡ ਸੀ, ਉਹ ਚੁੱਕਦੇ ਕਿਸ ਤਰ੍ਹਾਂ ਨੇ, ਇੰਨਾ ਭਾਰਾ ਕਮਾਨ ਹੋ ਨਹੀਂ ਸਕਦਾ। ਦਰਅਸਲ ਉਹ ਜਿਹੜਾ ਵੀਰ ਹੈ ਉਹ ਕਮਾਨ ਦੇ ਵੇਟ ਤੇ ਕਮਾਨ ਦੀ ਟੈਂਸਾਈਲ ਪਾਵਰ ਦੇ ਬਾਰੇ ਨਹੀਂ ਸੀ ਜਾਣਦਾ। ਹੁਣ ਜੇ ਥੋੜ੍ਹਾ ਜਿਹਾ ਜ਼ਿਕਰ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇੱਕ ਥਾਂ ਤੇ ਜ਼ਿਕਰ ਆਉਂਦਾ ਹੈ, ਧਨੁਖ ਨਿਠਰ ਨੌ ਟੰਕ ਖਿਚੰਤੇ, ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ 9 ਟੰਕ ਦਾ ਕਮਾਨ ਖਿੱਚਿਆ ਕਰਦੇ ਸੀ। ਬਲਕਿ ਹੋਰ ਵੀ ਬਹੁਤ ਥਾਵਾਂ ਤੇ ਈਵਨ ਪੰਥ ਪ੍ਰਕਾਸ਼ ਦੇ ਵਿੱਚ ਵੀ ਤੁਹਾਨੂੰ ਇੱਕ ਥਾਂ ਤੇ ਜ਼ਿਕਰ ਮਿਲੇਗਾ, ਕਮਚੇ ਦੋਏ ਲਾਹੌਰ ਕੇ 9 ਟੰਕੀ ਦੀਏ, ਕਿ ਲਾਹੌਰ ਦੇ ਬਣੇ ਹੋਏ 2 9 ਟੰਕੀ ਕਮਾਨ ਲਿਆ ਕੇ ਭੇਟਾ ਕੀਤੇ ਗਏ। ਸੋ 9 ਟੰਕੀ ਕਮਾਨ ਜਿਹੜਾ ਹੈ ਉਸ ਦੇ ਬਾਰੇ ਉਹ ਹੈ ਕੀ ਹੈ, ਉਹ ਕਮਾਨ ਦਾ ਭਾਰ ਹੁੰਦਾ ਹੈ ਜਾਂ ਕਮਾਨ ਦੀ ਤੰਦੀ ਦੀ ਖਿੱਚ ਹੁੰਦੀ ਹੈ। ਸੋ ਇਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਹੋਰ ਅੱਗੇ ਜਾਓਗੇ ਤਾਂ ਜਿਹੜਾ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਭਾਈ ਕਾਹਨ ਸਿੰਘ ਹੋਣਾ ਦੀ ਰਚਨਾ, ਉਹਦੇ ਵਿੱਚ ਤੁਸੀਂ 9 ਟੰਕੀ ਸ਼ਬਦ ਦੀ ਜਿਹੜੀ ਐਂਟਰੀ ਹੈ ਉਸ ਨੂੰ ਸਾਰਾ ਖੋਲ ਕੇ ਪੜ੍ਹੋਗੇ ਤਾਂ ਤੁਹਾਨੂੰ ਇਹ ਦੋਵੇਂ ਪ੍ਰਮਾਣ ਵੀ ਮਿਲ ਜਾਣਗੇ ਤੇ ਇਹ ਪਤਾ ਵੀ ਲੱਗ ਜਾਵੇਗਾ ਕਿ 9 ਟੰਕੀ ਕਮਾਨ ਜਿਹੜਾ ਉਹ ਕਿਸ ਨੂੰ ਕਿਹਾ ਜਾਂਦਾ ਹੈ ਔਰ 9 ਟੰਕੀ ਕਿਉਂ ਕਿਹਾ ਜਾਂਦਾ ਹੈ। ਪਹਿਲੀ ਗੱਲ ਤਾਂ ਅਸੀਂ ਕਮਾਨ ਦੇ ਨਾਮਕਰਨ ਦੇ ਉੱਪਰ ਆਉਂਦੇ ਹਾਂ। ਨਾਮਕਰਨ ਇਹ ਹੈ ਕਿ ਜਿਹੜੀ ਸਾਡੀ ਭਾਸ਼ਾ, ਜਦੋਂ ਅਸੀਂ ਸੰਸਕ੍ਰਿਤ ਦੇ ਵਿੱਚੋਂ ਆ ਕੇ ਪੰਜਾਬੀ 'ਚ ਸ਼ਬਦ ਵਰਤਦੇ ਹਾਂ ਤਾਂ ਅਸੀਂ ਧਨੁਸ਼ ਤੋਂ ਧਨੁਖ ਸ਼ਬਦ ਵਰਤਦੇ ਹਾਂ। ਕਮਾਨ ਸ਼ਬਦ ਜਿਹੜਾ ਇਹ ਫਾਰਸੀ ਦੇ ਸ਼ਬਦ ਖੰਮ ਤੋਂ ਆਇਆ, ਉਹਨਾਂ ਦਾ ਪ੍ਰੋਨਾਊਂਸੀਏਸ਼ਨ ਸਾਡੇ ਵਾਂਗੂ ਕਮਾਨ ਨਹੀਂ ਹੈ, ਉਹ ਖਮਾਨ ਕਹਿ ਕੇ ਬੋਲਦੇ ਨੇ। ਕਿਉਂਕਿ ਤੁਸੀਂ ਅਕਸਰ ਵੇਖਦੇ ਹੋ ਕਿ ਜਿਹੜੀ ਚੀਜ਼ ਨੂੰ ਖੰਮ ਦਿੱਤਾ ਜਾਵੇ, ਥੋੜ੍ਹਾ ਮੋੜਾ ਦਿੱਤਾ ਜਾਵੇ, ਉਹਨੂੰ ਅਸੀਂ ਖੰਮਦਾਰ ਕਹਿ ਦਿੰਦੇ ਹਾਂ ਕਿ ਥੋੜ੍ਹਾ ਝੁਕਾਇਆ ਹੋਇਆ ਜਾਂ ਟੇਢਾ ਕੀਤਾ ਹੋਇਆ ਜਾਂ ਮੋੜਿਆ ਹੋਇਆ, ਉਸ ਤੋਂ ਖਮਾਨ ਹੈ ਕਿ ਜਿਹੜਾ ਸ਼ਬਦ ਸਾਡਾ ਮੂਲ ਰੂਪ ਦੇ ਵਿੱਚ ਉਸ ਤੋਂ ਕਮਾਨ ਬਣ ਗਿਆ ਕਿ ਜਿਹੜਾ ਟੇਢਾ ਕੀਤਾ ਹੁੰਦਾ। ਸੋ ਦੂਸਰੀ ਗੱਲ ਹੈ ਕਿ ਜਦੋਂ ਅਸੀਂ ਕਮਾਨ ਦੇ ਭਾਰ ਦੀ ਗੱਲ ਕਰਦੇ ਹਾਂ, ਤੇ ਹੁਣ ਆ ਵੇਖੋ ਮੇਰੇ ਹੱਥ ਦੇ ਵਿੱਚ ਆ ਕਮਾਨ ਹੈ, ਜੇਕਰ ਅਸੀਂ ਇਹਦਾ ਵੇਟ ਵੇਖਣਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਅੱਧਾ ਪਾਉਂਡ ਵੀ ਨਹੀਂ ਬਣਦਾ। ਆ ਤੁਸੀਂ ਵੇਖ ਸਕਦੇ ਹੋ ਨਾ ਕਿ ਜੇਕਰ ਅਸੀਂ ਇਸ ਦਾ ਵੈਸੇ ਭਾਰ ਵੇਖਣਾ ਹੋਵੇ
ਤਾਂ ਇਸ ਸਕੇਲ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਕਿ ਉਹ ਅੱਧਾ ਪਾਉਂਡ ਵੀ ਨਹੀਂ ਹੈਗਾ, ਕੁਛ ਗ੍ਰਾਮ ਹੋਵੇਗਾ। ਪਰ ਜਦੋਂ ਅਸੀਂ ਵੇਖਣਾ ਹੈ ਕਿ ਕਮਾਨ ਦੀ ਟੈਂਸਾਈਲ ਪਾਵਰ ਕਿੰਨੀ ਹੈ, ਜਿਹੜੀ ਕਮਾਨ ਦੀ ਤਾਕਤ ਹੈ ਉਹ ਪਹਿਲਾਂ ਟਾਂਕਾਂ ਦੇ ਵਿੱਚ ਹੁੰਦੀ ਸੀ, ਅੱਜ ਕੱਲ੍ਹ ਜਿਹੜੀ ਹੈ ਉਹ ਪਾਉਂਡ ਦੇ ਵਿੱਚ ਹੁੰਦੀ ਹੈ। ਸੋ ਉਹਦੇ ਵਾਸਤੇ ਸਭ ਤੋਂ ਪਹਿਲੀ ਗੱਲ ਸਾਨੂੰ ਇਹਦੀਆਂ ਜਿਹੜੀਆਂ ਮੂਲ ਇਕਾਈਆਂ ਨੇ ਮਿਣਤੀ ਦੀਆਂ, ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਹਿਲੇ ਜਿਹੜੇ ਕਮਾਨ ਹੁੰਦੇ ਸੀ ਉਹਨਾਂ ਦੀ ਤਾਕਤ ਨੂੰ ਕਿਵੇਂ ਵਾਚਿਆ ਜਾਂਦਾ ਸੀ। ਕਮਾਨ ਨੂੰ ਇਸ ਤਰ੍ਹਾਂ, ਜਿਸ ਤਰ੍ਹਾਂ ਮੈਂ ਵਿਖਾ ਰਿਹਾ, ਲੈ ਲਿਆ ਜਾਂਦਾ ਸੀ, ਫਿਰ ਉਹਦੇ ਥੱਲੇ 25 ਸੇਰ ਭਾਰ ਲਟਕਾਇਆ ਜਾਂਦਾ ਸੀ ਤੇ ਜਿੰਨੀ ਉਹਦੀ ਝੁਕਾਵਟ ਆਉਂਦੀ ਸੀ ਜਾਂ ਜਿੰਨਾ ਉਹ ਝੁਕਦਾ ਸੀ ਉਹਨੂੰ ਇੱਕ ਟੰਕ ਕਿਹਾ ਜਾਂਦਾ ਸੀ। ਫਿਰ ਵੱਧ ਤੋਂ ਵੱਧ ਜਿੰਨੀ ਖਿੱਚ ਅਸੀਂ ਦੇਣੀ ਹੁੰਦੀ ਹੈ, ਉਸ ਖਿੱਚ ਤੱਕ ਉਹ ਜਿੰਨਾ ਖਿੱਚਿਆ ਜਾਂਦਾ ਸੀ ਓਨੇ ਟੰਕ ਦਾ ਹੀ ਉਹ ਕਮਾਨ ਹੁੰਦਾ ਸੀ। ਹੁਣ ਅਸੀਂ ਟੰਕ ਦੀ ਗੱਲ ਕਰੀਏ, ਇੱਕ ਟੰਕ ਦੇ ਵਿੱਚ 25 ਸੇਰ ਜਿਹੜੇ ਨੇ ਹੁੰਦੇ ਨੇ ਤੇ ਇੱਕ ਸੇਰ ਦੇ ਵਿੱਚ 933 ਗ੍ਰਾਮ ਹੁੰਦੇ ਨੇ। ਹੁਣ 25 ਸੇਰ ਨੂੰ ਜਦੋਂ ਅਸੀਂ 933 ਗ੍ਰਾਮ ਦੇ ਨਾਲ ਗੁਣਾ ਕਰਕੇ ਵੇਖਾਂਗੇ ਤੇ ਉਹ ਬਣੇਗਾ 23 ਕਿਲੋ 325 ਗ੍ਰਾਮ, ਯਾਨੀ ਕਿ ਇੱਕ ਟੰਕ ਦੇ ਵਿੱਚ 23 ਕਿਲੋ 325 ਗ੍ਰਾਮ ਜਿਹੜਾ ਭਾਰ ਉਹ ਹੁੰਦਾ ਹੈ। ਹੁਣ ਅਸੀਂ ਇਹ ਇੱਕ ਟੰਕ ਦੀ ਇਕਾਈ ਹੈ। ਹੁਣ ਜਦੋਂ ਅਸੀਂ ਵੇਖਣਾ ਕਿ 25 ਟੰਕ ਤੇ ਹੁਣ ਅਸੀਂ 23 ਕਿਲੋ 325 ਨੂੰ ਜਦੋਂ 9 ਟੰਕੀ 9 ਦੇ ਨਾਲ ਗੁਣਾ ਕਰਾਂਗੇ ਤੇ ਉਹ ਤਕਰੀਬਨ ਆ ਜਾਏਗਾ 209 ਕਿਲੋ 925 ਗ੍ਰਾਮ। ਤੇ ਜਦੋਂ ਅਸੀਂ ਇਹਨੂੰ ਪਾਉਂਡ ਦੇ ਵਿੱਚ ਬਦਲਾਂਗੇ ਤਾਂ ਤਕਰੀਬਨ 462 ਪਾਉਂਡ ਬਣ ਜਾਵੇਗਾ। ਸੋ ਇਹ ਤਾਂ ਹੈ ਕਿ ਇਹ ਜਿਹੜੀ ਇਕਾਈ ਹੈ ਉਹ ਇਕਾਈ ਇੱਕ ਟੰਕ ਦੀ ਹੈ। ਇੱਕ ਟੰਕ ਦੇ ਵਿੱਚ 25 ਸੇਰ ਭਾਰ ਹੁੰਦਾ ਹੈ। 25 ਸੇਰ ਦੇ ਤਕਰੀਬਨ 23 ਕਿਲੋਗ੍ਰਾਮ ਦੇ ਵਿੱਚ ਵੇਖੀਏ ਤਾਂ ਇੰਨਾ ਬਣਦਾ ਹੈ। ਤੇ ਇਹਨੂੰ ਜਦੋਂ ਇੱਕ ਟੰਕ ਨੂੰ 9 ਦੇ ਨਾਲ ਤੁਸੀਂ ਗੁਣਾ ਕਰੋਗੇ ਤਾਂ ਜਿੰਨਾ ਉਹ ਵੇਟ ਆਵੇਗਾ ਤਕਰੀਬਨ 2 ਕੁਇੰਟਲ 9 ਕਿਲੋ ਦੇ ਲਾਗੇ ਉਹ ਸਾਰਾ ਕਿਲੋਗ੍ਰਾਮ ਦੇ ਵਿੱਚ ਆਵੇਗਾ। ਜਦੋਂ ਉਹਨੂੰ ਤੁਸੀਂ ਅੱਗੇ ਪਾਉਂਡ ਦੇ ਵਿੱਚ ਕਨਵਰਟ ਕਰੋਗੇ ਤਾਂ ਤਕਰੀਬਨ ਨੇੜੇ ਤੇੜੇ 462 ਪਾਉਂਡ ਜਿਹੜਾ ਉਹ ਆ ਜਾਵੇਗਾ। ਹੁਣ ਥੋੜ੍ਹਾ ਜਿਹਾ ਮੈਂ ਇਤਿਹਾਸ ਦੀ ਗੱਲ ਵੀ ਕਰ ਦੇਵਾਂ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਨੂੰ ਕਲਾ ਮੁਕਤ ਸ਼ਸਤਰ ਦੇ ਵਿੱਚ ਵੇਖਦੇ ਹਾਂ ਕਿ ਤੀਰ ਆਪਣੇ ਆਪ ਦੇ ਵਿੱਚ ਸ਼ਸਤਰ ਨਹੀਂ ਹੈ, ਇਹ ਕਲਾ ਮੁਕਤ ਹੈ। ਕਮਾਨ ਇਸ ਦੀ ਕਲਾ ਹੈ, ਤੀਰ ਸ਼ਸਤਰ ਹੈ। ਸੋ ਇਸ ਕਮਾਨ ਦੇ ਵਿੱਚੋਂ ਜਿਹੜਾ ਤੀਰ ਹੈ ਉਹ ਚਲਾਇਆ ਜਾਂਦਾ ਹੈ। ਸੋ ਪਹਿਲੀ ਗੱਲ ਤਾਂ ਇਹ ਕਿ ਕਲਾ ਮੁਕਤ ਸ਼ਸਤਰਾਂ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਕੱਲਾ ਕਮਾਨ ਸ਼ਸਤਰ ਨਹੀਂ ਹੈਗਾ, ਕੱਲਾ ਤੀਰ ਸ਼ਸਤਰ ਨਹੀਂ ਹੈਗਾ। ਤੀਰ ਉਦੋਂ ਕਾਰਾਮਦ ਹੈ ਮੈਦਾਨੇ ਜੰਗ ਦੇ ਵਿੱਚ ਜਦੋਂ ਉਹਨੂੰ ਕਮਾਨ ਦੇ ਨਾਲ ਖਿੱਚ ਕੇ ਚਲਾਇਆ ਜਾਂਦਾ ਹੈ। ਸੋ ਦੂਸਰੀ ਗੱਲ ਜਿਹੜੀ ਅਸੀਂ ਜੇ ਇਹਦੀ ਇਤਿਹਾਸਕਾਰੀ ਦੀ ਗੱਲ ਕਰੀਏ ਤੇ ਤਕਰੀਬਨ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਸ਼ਸਤਰਾਂ ਦਾ ਤਾਂ ਉਹਦੇ ਵਿੱਚ ਇਹ ਕਿ ਤਕਰੀਬਨ ਸਭ ਤੋਂ ਪਹਿਲਾਂ ਜਿਹੜਾ ਇੱਕ ਤੀਰ ਵਰਗਾ ਸ਼ਸਤਰ ਹੈ ਜਾਂ ਤੀਰ ਵਰਗਾ ਔਜ਼ਾਰ ਹੈ ਉਹ ਦੱਖਣੀ ਅਫਰੀਕਾ ਦੇ ਵਿੱਚ 60,000 ਸਾਲ ਤੋਂ ਪੁਰਾਣਾ ਜਿਹੜਾ ਮਿਲਿਆ। ਉਸ ਤੋਂ ਇਲਾਵਾ ਡੈਨਮਾਰਕ ਦੇ ਵਿੱਚ ਇੱਕ ਕਹਿ ਸਕਦੇ ਹੋ ਕਿ 8,000 ਸਾਲ ਪੁਰਾਣਾ ਜਿਹੜਾ ਉਹ ਪਿਆ ਹੈ। ਇਸੇ ਤਰ੍ਹਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਕਮਾਨ ਨੇ ਉਹਨਾਂ ਦੀ ਕਹਿ ਸਕਦੇ ਹੋ ਕਿ ਜਿਹੜੀ ਲੰਬਾਈ ਹੈ ਉਹ ਵੀ ਵੱਖ-ਵੱਖ ਹੁੰਦੀ ਸੀ। ਜਿਹੜੇ ਚੀਨ ਦੇ ਪੁਰਾਣੇ ਕਮਾਨ ਨੇ ਉਹ ਤਕਰੀਬਨ ਉਹਨਾਂ ਦੀ ਜਿਹੜੀ ਲੰਬਾਈ ਹੈ ਉਹ 8 ਫੁੱਟ ਦੇ ਕਰੀਬ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਤੀਰ ਨੇ ਇਹਨਾਂ ਦੀ ਵੀ ਆਪਣੀ ਲੰਬਾਈ ਹੈ। ਹੁਣ ਤੱਕ ਜਿਹੜੇ ਸਾਨੂੰ ਵੱਖ-ਵੱਖ ਥਾਵਾਂ ਤੇ ਪੁਰਾਤਨ ਜਾਂ ਨਵੀਨਤਮ ਤੀਰ ਮਿਲਦੇ ਨੇ ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਲੰਬਾਈਆਂ ਨੇ ਉਹ ਤਕਰੀਬਨ 2.5 ਫੁੱਟ ਤੋਂ ਲੈ ਕੇ 5 ਫੁੱਟ ਤੱਕ ਜਿਹੜੀ ਆ ਉਹ ਤੀਰ ਦੀ ਲੰਬਾਈ ਜਿਹੜੀ ਉਹ ਹੁੰਦੀ ਹੈ। ਅੱਗੇ ਫਿਰ ਤੀਰ ਦੇ ਵੀ ਅੱਗੋਂ ਕਈ ਹਿੱਸੇ ਹੁੰਦੇ ਨੇ। ਪਹਿਲੇ ਨੂੰ ਹੈਡ ਕਿਹਾ ਜਾਂਦਾ, ਫਿਰ ਸਪਾਈਨ ਆ ਜਾਂਦੀ ਹੈ, ਫਿਰ ਸ਼ਾਫਟ ਆ ਜਾਂਦੀ ਹੈ, ਫਿਰ ਉਹਦੀ ਫਲੈਚਿੰਗ ਆ ਜਾਂਦੀ ਹੈ। ਪਰ ਖੈਰ ਉਹ ਇੱਕ ਵੱਖਰਾ ਵਿਸ਼ਾ ਹੈ ਕਿ ਇਕੱਲੇ ਤੀਰ ਦੇ ਬਾਰੇ ਗੱਲ ਕਰਨੀ ਹੋਵੇ। ਸਿਰਫ ਅੱਜ ਅਸੀਂ ਇਸ ਗੱਲ ਦੇ ਉੱਪਰ ਆਪਣੇ ਧਿਆਨ ਨੂੰ ਕੇਂਦਰਿਤ ਕਰੀਏ ਕਿ ਜਦੋਂ ਅਸੀਂ ਕਮਾਨ ਦੇ ਭਾਰ ਦੀ ਗੱਲ ਕਰਦੇ ਹਾਂ ਤੇ ਉਹ ਇਹ ਭਾਰ ਨਹੀਂ ਹੁੰਦਾ ਕਿ ਕਮਾਨ ਚੁੱਕਣ ਦੇ ਵਿੱਚ ਕਿੰਨਾ ਭਾਰ ਹੈ। ਵੈਸੇ ਤਾਂ ਹੁਣ ਜਿਹੜੇ ਨਵੇਂ, ਜਿਨ੍ਹਾਂ ਨੂੰ ਅਸੀਂ ਕੰਪਾਊਂਡ ਬੋ ਕਹਿੰਦੇ ਹਾਂ, ਜਿਹੜੇ ਨਵੇਂ ਪੁਲੀਆਂ ਵਾਲੇ ਕਮਾਨ ਆ ਗਏ ਨੇ ਉਹਨਾਂ ਨੂੰ ਇੱਕ ਵਾਰੀ ਖਿੱਚਣ ਦੇ ਉੱਪਰ ਥੋੜ੍ਹਾ ਜ਼ੋਰ ਲੱਗਦਾ, ਪਰ ਜਦੋਂ ਪੂਰੀ ਉਹ ਆਪਣੀ ਖਿੱਚਦੇ ਜਾਂਦੇ ਨੇ ਤੇ ਉਦੋਂ ਬੰਦੇ ਦੇ ਹੱਥ ਦੇ ਉੱਪਰ ਬਹੁਤ ਘੱਟ ਦਬਾਅ ਪੈਂਦਾ। ਸੋ ਪਹਿਲੀ ਗੱਲ ਤਾਂ ਇਹ ਕਿ ਆਹ ਤੁਸੀਂ ਵੇਖ ਸਕਦੇ ਹੋ ਕਿ ਕਮਾਨ ਦਾ ਭਾਰ ਜਿਹੜਾ ਉਹ ਵੈਸੇ ਬਹੁਤ ਘੱਟ ਹੁੰਦਾ ਹੈ। ਦੂਜੀ ਗੱਲ ਹੈ ਕਿ ਇਸ ਭਾਰ ਨੂੰ ਮਿਣਿਆ ਇਵੇਂ ਜਾਂਦਾ ਹੈ ਕਿ ਇਸ ਕਮਾਨ ਨੂੰ ਹੇਠਾਂ ਭਾਰ ਲਮਕਾ ਕੇ ਉਹਦਾ ਜਿਹੜਾ ਕਹਿ ਸਕਦੇ ਟੈਂਸਾਈਲ ਪਾਵਰ ਜਿਹੜੀ ਹੈ, ਟੈਂਸਾਈਲ ਪਾਵਰ ਉਹਨੂੰ ਵੇਖਿਆ ਜਾਂਦਾ, ਉਹਨੂੰ ਮਿਣਿਆ ਜਾਂਦਾ। ਜਿੰਨਾ ਫਿਰ ਤੁਸੀਂ ਕਮਾਨ ਨੂੰ ਲੈ ਕੇ ਕੰਨ ਤੱਕ ਤੀਰ ਖਿੱਚਦੇ ਹੋ ਤੇ ਜਿੰਨਾ ਉਹ ਜ਼ੋਰ ਲੱਗਦਾ ਤੁਹਾਡੀ ਬਾਂਹ ਦਾ, ਉਹ ਜਿਹੜੀ ਹੈ ਕਮਾਨ ਦੀ ਪਾਵਰ ਗਿਣੀ ਜਾਂਦੀ ਹੈ ਪਾਉਂਡਸ ਦੇ ਵਿੱਚ। ਇਸੇ ਤਰ੍ਹਾਂ ਆਹ ਜਿਹੜੇ ਹੁਣ ਦੇਸੀ ਕਮਾਨ ਨੇ ਇਹ ਜਦੋਂ ਤੁਸੀਂ ਕੰਨ ਤੱਕ ਖਿੱਚਦੇ ਹੋ ਤੇ ਜਿੰਨੇ ਜ਼ੋਰ ਨਾਲ ਤੁਸੀਂ ਖਿੱਚਿਆ ਹੁੰਦਾ ਹੈ ਇਹ ਤੁਹਾਨੂੰ ਓਨੇ ਜ਼ੋਰ ਦੇ ਨਾਲ ਹੀ ਉੱਥੇ ਰੱਖਣਾ ਪੈਂਦਾ।
ਹੁਣ ਮੇਰੇ ਖਿਆਲ ਦੇ ਨਾਲ ਜਿਹੜੀ ਆ ਤੁਸੀਂ ਕਮਾਨ ਵੇਖ ਰਹੇ ਹੋ, ਇਹ ਬਹੁਤ ਘੱਟ ਪਾਵਰ ਦੀ ਹੈ, ਪਰ ਜਿਹੜੀ ਆ ਪੁਲੀ ਵਾਲੀ ਹੈ ਇਹਦੀ ਪਾਵਰ ਜ਼ਿਆਦਾ ਹੈ। ਪਰ ਜਦੋਂ ਅਸੀਂ ਇਹਨੂੰ ਖਿੱਚਦੇ ਹਾਂ ਇੱਕ ਖਾਸ ਜਗ੍ਹਾ ਤੱਕ ਤਾਂ ਜ਼ੋਰ ਲੱਗਦਾ ਹੈ, ਪਰ ਬਿਲਕੁਲ ਜਦੋਂ ਪੂਰਾ ਤੀਰ ਖਿੱਚਿਆ ਜਾਂਦਾ ਤੇ ਇਹਦੇ ਉੱਪਰ ਤੁਹਾਡਾ ਜ਼ੋਰ ਨਹੀਂ ਲੱਗਦਾ। ਇਸ ਕਰਕੇ ਨਿਸ਼ਾਨਾ ਲਗਾਉਣ ਦੇ ਵਿੱਚ ਅੱਜ ਕੱਲ੍ਹ ਦੇ ਜਿਹੜੇ ਨਵੇਂ ਇਹ ਕਮਾਨ ਨੇ ਇਹਨਾਂ ਦੇ ਵਿੱਚ ਥੋੜ੍ਹੀ ਸੌਖ ਰਹਿੰਦੀ ਹੈ। ਸੋ ਇਹ ਸੀਗਾ ਕਿ ਇਹ ਜਿਹੜੀ ਟੈਂਸਾਈਲ ਪਾਵਰ ਹੁੰਦੀ ਹੈ, ਕਮਾਨ ਦੀ ਤਾਕਤ ਕੀ ਹੁੰਦੀ ਹੈ। ਤੇ ਜਦੋਂ ਅਸੀਂ ਜ਼ਫਰਨਾਮੇ 'ਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਸ਼ੇਅਰ ਪੜ੍ਹਦੇ ਹਾਂ ਨਾ ਕਿ ਚੁਦੀਦਮ ਬਾ ਨਾਹਰ ਬਾ ਆਮਦ ਬਾ ਜ਼ੰਗ ਚਸ਼ੀਦੇ ਜ਼ਕੇ ਤੀਰ ਮਨ ਬੇਦਰੰਗ, ਕਿ ਜਦੋਂ ਮੈਂ ਨਾਹਰ ਖਾਨ ਜਿਹੜਾ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦਾ ਭਰਾ ਸੀ, ਜਦੋਂ ਮੈਂ ਵੇਖਿਆ ਕਿ ਮੈਦਾਨੇ ਜੰਗ ਦੇ ਵਿੱਚੋਂ ਲਸ਼ਕਰ ਦੀ ਅਗਵਾਈ ਕਰਦਾ ਆ ਰਿਹਾ, ਚਸ਼ੀਦੇ ਖਿੱਚ ਕੇ ਯੱਕੇ ਤੀਰ ਇੱਕ ਤੀਰ ਮਨ ਬੇਦਰੰਗ, ਤੇ ਬਿਨਾਂ ਕਿਸੇ ਤਰਸ ਤੋਂ ਮੈਂ ਇੱਕ ਤੀਰ ਕੰਨ ਤੱਕ ਖਿੱਚ ਕੇ ਜਿਹੜਾ ਸੀ ਉਹ ਛੱਡ ਦਿੱਤਾ। ਸੋ ਉਹ ਜਿਹੜਾ ਚਸ਼ੀਦੇ ਜਿਹੜਾ ਖਿੱਚਣਾ ਤੇ ਖਿੱਚਣ ਦੇ ਦੌਰਾਨ ਜਿਹੜੀ ਤਾਕਤ ਲੱਗਦੀ ਹੈ ਉਹ ਕਮਾਨ ਦੀ ਜਿਹੜੀ ਹੈ ਉਹ ਟੈਂਸਾਈਲ ਪਾਵਰ ਹੁੰਦੀ ਹੈ। ਸੋ ਇਹ ਨੁਕਤੇ ਬੜੇ ਛੋਟੇ ਛੋਟੇ ਨੇ, ਪਰ ਸਾਨੂੰ ਇਹਨਾਂ ਦਾ ਗਿਆਨ ਹੋਣਾ ਜਾਂ ਇਹਨਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਨਹੀਂ ਤੇ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਇੱਕ ਲੈਕਚਰ ਦੇ ਵਿੱਚ ਮੈਂ ਇਹ ਗੱਲ ਕਹਿ ਦਿੱਤੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਕਮਾਨ ਹੈ ਉਹਦੀ ਜਿਹੜੀ ਤਾਕਤ ਹੈ ਉਹ 500 ਪਾਉਂਡ ਦੇ ਕਰੀਬ ਸੀ ਜਾਂ ਪੌਣੇ 500 ਪਾਉਂਡ ਦੇ ਕਰੀਬ ਸੀ, ਤਾਂ ਇੱਕ ਵੀਰ ਨੇ ਤਾਂ ਬਕਾਇਦਾ ਲੈਕਚਰ ਹੀ ਕਰ ਦਿੱਤਾ ਕਿ ਝੂਠ ਦਾ ਵੀ ਕੋਈ ਅੰਤ ਹੁੰਦਾ ਹੈ, ਕਮਾਨ ਕੋਈ ਇੰਨੀ ਭਾਰੀ ਥੋੜ੍ਹਾ ਹੋ ਸਕਦੀ ਹੈ। ਸੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਮਾਨ ਦਾ ਭਾਰ ਕਮਾਨ ਦੇ ਇਸ ਭਾਰ ਤੋਂ ਨਹੀਂ ਵੇਖਿਆ ਜਾਂਦਾ ਕਿ ਉਹਦਾ ਭਾਰ ਇਸ ਤਰ੍ਹਾਂ ਕਿੰਨਾ, ਬਲਕਿ ਉਹਦੀ ਟੈਂਸਾਈਲ ਪਾਵਰ ਜਿਹੜੀ ਹੈ ਉਸ ਨੂੰ ਜਿਹੜਾ ਕਮਾਨ ਦਾ ਜਿਹੜਾ ਭਾਰ ਉਹ ਗਿਣਿਆ ਜਾਂਦਾ। ਸੋ ਇਸ ਕਰਕੇ ਮੇਰੀ ਅੱਜ ਦੀ ਕੋਸ਼ਿਸ਼ ਸੀ ਕਿ ਤੁਹਾਡੇ ਨਾਲ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਸਾਂਝੀਆਂ ਕਰ ਸਕਾਂ। ਨੁਕਤੇ ਛੋਟੇ ਛੋਟੇ ਨੇ ਪਰ ਇਹ ਧਿਆਨ ਦੇ ਵਿੱਚ ਰੱਖਣੇ ਬਹੁਤ ਜ਼ਰੂਰੀ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।